ਸਵਾਗਤ ਹੈ ਜੀ। ਅੱਜ ਅਸੀਂ ਇੱਕ ਬਹੁਤ ਹੀ ਦਿਲਚਸਪ ਵਿਸ਼ੇ ਤੇ ਗੱਲ ਕਰ ਰਹੇ ਹਾਂ। ਸਾਡੇ ਕੋਲ ਕਈ ਸਰੋਤ ਨੇ, ਕੁਝ ਲੇਖ, ਖੋਜ ਪੱਤਰ, ਗ੍ਰੰਥਾਂ ਦੇ ਹਵਾਲੇ ਵੀ ਨੇ ਤੇ ਕੁਝ ਅਜੋਕੇ ਵਿਸ਼ਲੇਸ਼ਣ ਵੀ। ਇਹਨਾਂ ਦੇ ਆਧਾਰ ਤੇ ਅਸੀਂ ਭਗਵਾਨ ਵਿਸ਼ਨੂੰ ਤੇ ਧਰਮ ਦੇ ਸੰਕਲਪ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਬਿਲਕੁਲ, ਸਾਡਾ ਮਕਸਦ ਇਹੀ ਹੈ ਕਿ ਭਗਵਾਨ ਵਿਸ਼ਨੂੰ ਦੀ ਭੂਮਿਕਾ, ਖਾਸ ਕਰਕੇ ਪਾਲਣਹਾਰ ਵਜੋਂ ਉਹਨੂੰ ਸਮਝੀਏ ਤੇ ਨਾਲ ਹੀ ਧਰਮ ਸ਼ਬਦ ਦੇ ਜਿਹੜੇ ਵੱਖ-ਵੱਖ ਅਰਥ ਨੇ ਉਹਨਾਂ ਨੂੰ ਵੀ ਦੇਖੀਏ ਤੇ ਫਿਰ ਇਹ ਦੋਵੇਂ ਆਪਸ ਵਿੱਚ ਜੁੜਦੇ ਕਿਵੇਂ ਨੇ। ਅੱਛਾ, ਤਾਂ ਚਲੋ ਸ਼ੁਰੂ ਕਰਦੇ ਹਾਂ। ਵਿਸ਼ਨੂੰ, ਇਹ ਨਾਮ ਦਾ ਮਤਲਬ ਦੱਸਿਆ ਜਾਂਦਾ ਹੈ ਸਰਵਿਆਪਕ, ਹਨਾ? ਤੇ ਉਹਨਾਂ ਨੂੰ ਅਕਸਰ ਚਾਰ ਬਾਹਾਂ ਨਾਲ ਦਿਖਾਇਆ ਜਾਂਦਾ ਹੈ। ਇਹ ਚਾਰ ਬਾਹਾਂ ਕਿਸ ਚੀਜ਼ ਦਾ ਪ੍ਰਤੀਕ ਨੇ? ਦੇਖੋ, ਇਹ ਜਿਹੜੀਆਂ ਚਾਰ ਬਾਹਾਂ ਨੇ ਇਹ ਆਮ ਤੌਰ ਤੇ ਜੀਵਨ ਦੇ ਚਾਰ ਮੁੱਖ ਟੀਚੇ ਯਾਨੀ ਪੁਰਸ਼ਾਰਥ, ਧਰਮ, ਅਰਥ, ਕਾਮ ਤੇ ਮੋਕਸ਼ ਉਹਨਾਂ ਨੂੰ ਦਰਸਾਉਂਦੀਆਂ ਨੇ। ਜਾਂ ਫਿਰ ਕਈ ਵਾਰੀ ਚਾਰ ਵੇਦਾਂ ਨਾਲ ਵੀ ਜੋੜਿਆ ਜਾਂਦਾ ਹੈ ਤੇ ਉਹਨਾਂ ਦੇ ਹੱਥਾਂ 'ਚ ਜਿਹੜੀਆਂ ਚੀਜ਼ਾਂ ਫੜੀਆਂ ਹੁੰਦੀਆਂ ਨੇ ਉਹਨਾਂ ਦਾ ਵੀ ਖਾਸ ਮਹੱਤਵ ਹੈ। ਜਿਵੇਂ ਉਹ ਸੁਦਰਸ਼ਨ ਚੱਕਰ ਹੈ, ਉਹ ਮਤਲਬ ਮਨ ਦੀ ਗਤੀ ਜਾਂ ਅਗਿਆਨਤਾ ਨੂੰ ਕੱਟਣਾ। ਹਾਂਜੀ, ਤੇ ਜਿਹੜੀ ਗਦਾ ਹੈ ਕੌਮੋਦਿਕੀ, ਉਹ ਸ਼ਕਤੀ ਤੇ ਅਨੁਸ਼ਾਸਨ ਦਾ ਪ੍ਰਤੀਕ ਹੈ। ਅੱਛਾ, ਤੇ ਕਮਲ ਦਾ ਫੁੱਲ ਪਦਮ, ਉਹ ਸ਼ੁੱਧਤਾ, ਸੁੰਦਰਤਾ, ਸ੍ਰਿਸ਼ਟੀ, ਇਹਨਾਂ ਚੀਜ਼ਾਂ ਲਈ। ਤੇ ਸ਼ੰਖ ਪੰਚਜਨਯ, ਉਹ ਜੀਵਨ ਦੇ ਮੂਲ ਸਰੋਤ ਦਾ ਪ੍ਰਤੀਕ ਮੰਨਿਆ ਜਾਂਦਾ। ਇਹਨਾਂ ਚਿੰਨ੍ਹਾਂ ਤੋਂ ਉਹਨਾਂ ਦੀ ਭੂਮਿਕਾ ਦਾ ਅੰਦਾਜ਼ਾ ਤਾਂ ਲੱਗਦਾ ਹੈ, ਪਰ ਉਹਨਾਂ ਦਾ ਅਸਲ ਕੰਮ ਤਾਂ ਸ਼ਾਇਦ ਅਵਤਾਰਾਂ ਵਿੱਚ ਜ਼ਿਆਦਾ ਸਾਫ਼ ਦਿਸਦਾ ਹੈ ਨਾ? ਬਿਲਕੁਲ ਬਿਲਕੁਲ। ਵੈਸੇ ਰਿਗਵੇਦ ਵਿੱਚ ਵੀ ਉਹਨਾਂ ਦਾ ਜ਼ਿਕਰ ਆਉਂਦਾ ਹੈ, ਖਾਸ ਕਰਕੇ ਉਹਨਾਂ ਦੇ 3 ਕਦਮ ਜਿਹਨੂੰ ਤ੍ਰਿਵਿਕਰਮ ਕਹਿੰਦੇ ਨੇ, ਜਿਸ ਨਾਲ ਉਹਨਾਂ ਨੇ ਪੂਰਾ ਬ੍ਰਹਮੰਡ ਮਾਪ ਲਿਆ ਸੀ। ਪਰ ਹਾਂ, ਪੁਰਾਣਾਂ ਵਿੱਚ ਆ ਕੇ ਉਹਨਾਂ ਦਾ ਮਹੱਤਵ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਸਿਧਾਂਤ ਇਹੀ ਹੈ ਕਿ ਜਦੋਂ ਵੀ ਧਰਮ ਯਾਨੀ ਵਿਵਸਥਾ ਖਤਰੇ 'ਚ ਪੈਂਦੀ ਹੈ ਉਦੋਂ ਉਹ ਅਵਤਾਰ ਲੈਂਦੇ ਨੇ। ਤੇ ਦਸ਼ਾਵਤਾਰ ਯਾਨੀ 10 ਮੁੱਖ ਅਵਤਾਰ, ਉਹ ਤਾਂ ਸਭ ਤੋਂ ਮਸ਼ਹੂਰ ਨੇ। ਸ਼ੁਰੂਆਤੀ ਅਵਤਾਰ ਜਿਵੇਂ ਮਤਸਿਆ, ਮੱਛੀ ਅਵਤਾਰ, ਹਾਂਜੀ, ਜਿਸ ਵਿੱਚ ਮਨੂ ਤੇ ਵੇਦਾਂ ਨੂੰ ਵੱਡੇ ਪਰਲੋ ਤੋਂ ਬਚਾਇਆ। ਫਿਰ ਕੂਰਮ, ਕੱਛੂ ਅਵਤਾਰ, ਜਿਸ ਨੇ ਸਮੁੰਦਰ ਮੰਥਨ ਵੇਲੇ ਮੰਦਾਰ ਪਰਬਤ ਨੂੰ ਆਸਰਾ ਦਿੱਤਾ। ਤੇ ਵਰਾ, ਸੂਰ ਅਵਤਾਰ, ਜਿਸ ਨੇ ਧਰਤੀ ਨੂੰ ਹਿਰਣਿਆਕਸ਼ ਨਾਂ ਦੇ ਦੈਂਤ ਤੋਂ ਬਚਾਇਆ ਜਦੋਂ ਉਹ ਉਸ ਨੂੰ ਸਮੁੰਦਰ 'ਚ ਲੈ ਗਿਆ ਸੀ। ਇਹ ਤਾਂ ਜਿਵੇਂ ਬੁਨਿਆਦ ਬਚਾਉਣ ਵਾਲੇ ਕੰਮ ਹੋ ਗਏ। ਹਾਂ, ਇਹ ਬਿਲਕੁਲ ਬੁਨਿਆਦੀ ਵਿਵਸਥਾ ਨੂੰ ਕਾਇਮ ਰੱਖਣ ਵਾਲੇ ਅਵਤਾਰ ਸਨ। ਫਿਰ ਸਥਿਤੀਆਂ ਹੋਰ ਗੁੰਝਲਦਾਰ ਹੁੰਦੀਆਂ ਨੇ, ਜਿਵੇਂ ਨਰਸਿੰਘ ਅਵਤਾਰ, ਅੱਧਾ ਮਨੁੱਖ ਅੱਧਾ ਸ਼ੇਰ। ਇਹ ਤਾਂ ਬਹੁਤ ਹੀ ਕਮਾਲ ਦਾ ਹੈ। ਭਗਤ ਪ੍ਰਹਿਲਾਦ ਨੂੰ ਬਚਾਉਣ ਲਈ ਹਿਰਣਿਆਕਸ਼ਿਪੂ ਦਾ ਅੰਤ ਕਰਨਾ, ਉਹ ਵੀ ਬ੍ਰਹਮਾ ਦੇ ਵਰਦਾਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ। ਮਤਲਬ ਨਾ ਮਨੁੱਖ ਮਾਰੇ, ਨਾ ਜਾਨਵਰ, ਨਾ ਦਿਨ ਵੇਲੇ, ਨਾ ਰਾਤ ਵੇਲੇ, ਨਾ ਘਰ ਦੇ ਅੰਦਰ, ਨਾ ਬਾਹਰ, ਨਾ ਹਥਿਆਰ ਨਾਲ, ਉਹ ਸਭ ਕੁਝ ਪੂਰਾ ਕੀਤਾ। ਹਾਂ, ਇਹ ਦਰਸਾਉਂਦਾ ਹੈ ਕਿ ਧਰਮ ਜਾਂ ਜਿਹੜਾ ਬ੍ਰਹਮੰਡੀ ਨਿਯਮ ਹੈ ਉਹ ਕਿੰਨਾ ਸੂਖਮ ਤੇ ਅਟਲ ਹੈ। ਉਸ ਦੀ ਪਾਲਣਾ ਕਰਨੀ ਹੀ ਪੈਂਦੀ ਹੈ। ਇਸ ਤੋਂ ਬਾਅਦ ਫਿਰ ਵਾਮਨ ਅਵਤਾਰ ਆਉਂਦਾ ਹੈ, ਬੌਣਾ ਬ੍ਰਾਹਮਣ। ਫਿਰ ਪਰਸ਼ੁਰਾਮ, ਕੁਹਾੜੀ ਵਾਲੇ ਯੋਧਾ ਰਿਸ਼ੀ। ਤੇ ਫਿਰ ਸਭ ਤੋਂ ਮਸ਼ਹੂਰ ਸ਼੍ਰੀ ਰਾਮ ਤੇ ਸ਼੍ਰੀ ਕ੍ਰਿਸ਼ਨ। ਰਾਮ ਨੇ ਇੱਕ ਆਦਰਸ਼ ਰਾਜਾ ਤੇ ਮਰਿਆਵਾ ਪੁਰਸ਼ੋਤਮ ਦਾ ਰੂਪ ਦਿਖਾਇਆ, ਰਮਾਇਣ ਦੇ ਨਾਇਕ। ਤੇ ਸ਼੍ਰੀ ਕ੍ਰਿਸ਼ਨ ਮਹਾਭਾਰਤ ਦੇ ਮਾਰਗਦਰਸ਼ਕ, ਜਿਨ੍ਹਾਂ ਨੇ ਗੀਤਾ ਦਾ ਉਪਦੇਸ਼ ਦਿੱਤਾ, ਕਰਮ ਤੇ ਗਿਆਨ ਦਾ ਰਸਤਾ ਦੱਸਿਆ। ਕੁਝ ਪਰੰਪਰਾਵਾਂ ਬੁੱਧ ਜਾਂ ਬਲਰਾਮ ਨੂੰ ਵੀ ਗਿਣਦੀਆਂ ਨੇ ਤੇ ਭਵਿੱਖ ਦਾ ਅਵਤਾਰ ਕਲਕੀ ਮੰਨਿਆ ਜਾਂਦਾ ਹੈ। ਇਹ ਸਾਰੇ ਅਵਤਾਰ, ਇਹਨਾਂ ਦਾ ਮੁੱਖ ਮਕਸਦ ਧਰਮ ਦੀ ਸਥਾਪਨਾ ਦੱਸਿਆ ਜਾਂਦਾ ਹੈ। ਪਰ ਇਹ ਧਰਮ ਅਸਲ 'ਚ ਹੈ ਕੀ? ਅਸੀਂ ਆਮ ਤੌਰ ਤੇ ਇਹਨੂੰ ਰਿਲੀਜਨ ਸਮਝ ਲੈਂਦੇ ਹਾਂ, ਪਰ ਸਰੋਤ ਕਹਿੰਦੇ ਨੇ ਇਹਦਾ ਅਰਥ ਹੋਰ ਗਹਿਰਾ ਹੈ। ਹਾਂਜੀ ਬਿਲਕੁਲ। ਧਰਮ ਸ਼ਬਦ ਤ੍ਰੇ ਧਾਤੂ ਤੋਂ ਬਣਿਆ ਹੈ, ਜਿਸ ਦਾ ਮਤਲਬ ਹੈ ਧਾਰਨ ਕਰਨਾ ਜਾਂ ਸਹਾਰਾ ਦੇਣਾ। ਯਾਨੀ ਉਹ ਨਿਯਮ, ਉਹ ਕਾਨੂੰਨ, ਉਹ ਕਰਤੱਵ ਜੋ ਜੀਵਨ ਨੂੰ, ਸਮਾਜ ਨੂੰ ਤੇ ਬ੍ਰਹਮੰਡ ਨੂੰ ਸਹੀ ਤਰੀਕੇ ਨਾਲ ਚਲਾਈ ਰੱਖਦੇ ਨੇ। ਅੱਛਾ, ਤਾਂ ਇਹਦੇ ਵਿੱਚ ਸਭ ਕੁਝ ਆ ਜਾਂਦਾ ਹੈ, ਜਿਵੇਂ ਸਾਡੇ ਫਰਜ਼, ਸਾਡੇ ਹੱਕ, ਨੈਤਿਕਤਾ, ਸਮਾਜਿਕ ਵਿਵਸਥਾ। ਹਾਂ, ਇਹ ਸਭ ਧਰਮ ਦੇ ਹਿੱਸੇ ਨੇ। ਇਹ ਪ੍ਰਸੰਗ ਤੇ ਵੀ ਨਿਰਭਰ ਕਰਦਾ ਹੈ। ਜਿਵੇਂ ਰਾਜੇ ਦਾ ਧਰਮ ਰਾਜ ਧਰਮ, ਪ੍ਰਜਾ ਪ੍ਰਤੀ ਕੀ ਹੈ, ਜਾਂ ਸੰਕਟ ਵੇਲੇ ਕੀ ਕਰਨਾ ਚਾਹੀਦਾ ਹੈ, ਆਪਤ ਧਰਮ। ਜਿਹੜੇ ਧਰਮ ਸ਼ਾਸਤਰ ਗ੍ਰੰਥ ਨੇ ਉਹ ਇਹਨਾਂ ਦੀ ਵਿਆਖਿਆ ਕਰਦੇ ਨੇ। ਇਹ ਆਪਤ ਧਰਮ ਵਾਲੀ ਗੱਲ ਦਿਲਚਸਪ ਹੈ। ਮਤਲਬ ਕਿ ਮੁਸ਼ਕਿਲ ਸਮੇਂ ਵਿੱਚ ਨਿਯਮ ਬਦਲ ਸਕਦੇ ਨੇ। ਇਹ ਸਮਝਣਾ ਤਾਂ ਔਖਾ ਹੋਵੇਗਾ। ਹਾਂ, ਇਹ ਗੁੰਝਲਦਾਰ ਹੋ ਸਕਦਾ ਹੈ। ਇਸੇ ਲਈ ਤਾਂ ਵਿਵੇਕ ਯਾਨੀ ਸਹੀ ਸਮਝ ਦੀ ਲੋੜ ਹੁੰਦੀ ਹੈ। ਤੇ ਸ਼ਾਇਦ ਵਿਸ਼ਨੂੰ ਦੇ ਅਵਤਾਰ ਵੀ ਅਕਸਰ ਅਜਿਹੀਆਂ ਹੀ ਗੁੰਝਲਦਾਰ ਸਥਿਤੀਆਂ ਵਿੱਚ ਧਰਮ ਦਾ ਸਹੀ ਰੂਪ ਸਥਾਪਿਤ ਕਰਨ ਲਈ ਆਉਂਦੇ ਨੇ। ਉਹ ਬੁਰਾਈ ਨੂੰ ਖਤਮ ਕਰਕੇ ਨੇਕੀ ਦੀ ਰੱਖਿਆ ਕਰਦੇ ਨੇ, ਸੰਤੁਲਨ ਬਣਾਉਂਦੇ ਨੇ। ਇੱਕ ਸਰੋਤ ਵਿੱਚ ਭਾਰਤੀ ਸੰਵਿਧਾਨ ਦੇ ਕੁਝ ਅਨੁਛੇਦਾਂ, ਜਿਵੇਂ ਆਰਟੀਕਲ 15 ਜੋ ਧਰਮ ਆਦਿ ਦੇ ਆਧਾਰ ਤੇ ਭੇਦਭਾਵ ਨੂੰ ਰੋਕਦਾ ਹੈ, ਤੇ ਆਰਟੀਕਲ 21 ਜੋ ਜੀਵਨ ਤੇ ਸਨਮਾਨ ਦਾ ਅਧਿਕਾਰ ਦਿੰਦਾ ਹੈ, ਇਹਨਾਂ ਦੀ ਤੁਲਨਾ ਧਰਮ ਦੇ ਸਿਧਾਂਤਾਂ ਨਾਲ ਕੀਤੀ ਗਈ ਹੈ। ਇਹ ਦੱਸਣ ਲਈ ਕਿ ਸਮਾਨਤਾ ਤੇ ਨਿਆਂ ਵਰਗੇ ਮੁੱਲ ਸਾਡੇ ਪ੍ਰਾਚੀਨ ਵਿਚਾਰਾਂ ਵਿੱਚ ਵੀ ਕਿਤੇ ਨਾ ਕਿਤੇ ਮੌਜੂਦ ਸਨ। ਹਾਂ, ਇਹ ਵਧੀਆ ਨੁਕਤਾ ਹੈ। ਇਹ ਦਰਸਾਉਂਦਾ ਹੈ ਕਿ ਧਰਮ ਦੇ ਜਿਹੜੇ ਮੂਲ ਸਿਧਾਂਤ ਨੇ ਉਹਨਾਂ ਦੀ ਗੂੰਜ ਹਮੇਸ਼ਾ ਰਹਿੰਦੀ ਹੈ, ਭਾਵੇਂ ਰੂਪ ਬਦਲ ਜਾਣ। ਇਸੇ ਨਾਲ ਜੁੜਦੀ ਇੱਕ ਹੋਰ ਗੱਲ, ਇੱਕ ਸਰੋਤ ਹੈ ਸ਼ਾਇਦ ਦ ਡਾਰਕ ਸੈਲਫਿਸ਼ ਥੀਫ ਨਾਂ ਤੋਂ। ਉਹ ਵਿਸ਼ਨੂੰ ਦੇ ਚਿੱਤਰਣ ਨੂੰ ਅਜੋਕੇ ਸਮਾਜਿਕ ਮੁੱਦਿਆਂ ਨਾਲ ਜੋੜ ਕੇ ਦੇਖਦਾ ਹੈ। ਇਹ ਇੱਕ ਖਾਸ ਨਜ਼ਰੀਆ ਹੈ, ਮੈਂ ਸਪਸ਼ਟ ਕਰ ਦੇਵਾਂ। ਅੱਛਾ, ਕਿਸ ਤਰ੍ਹਾਂ? ਜਿਵੇਂ ਉਹ ਕਹਿੰਦੇ ਨੇ ਕਿ ਕ੍ਰਿਸ਼ਨ ਤੇ ਰਾਮ ਦਾ ਸਾਂਵਲਾ ਰੰਗ ਸ਼ਾਇਦ ਰੰਗ ਭੇਦ ਦੇ ਖਿਲਾਫ ਇੱਕ ਸੰਕੇਤ ਹੋਵੇ, ਜਾਂ ਉਹਨਾਂ ਦਾ ਵੱਖ-ਵੱਖ ਸਮਾਜਿਕ ਪਿਛੋਕੜਾਂ 'ਚ ਅਵਤਾਰ ਲੈਣਾ ਜਾਤੀਵਾਦ ਤੇ ਸਵਾਲ ਉਠਾਉਂਦਾ ਹੋਵੇ। ਇੱਥੋਂ ਤੱਕ ਕਿ ਮੋਹਿਨੀ ਅਵਤਾਰ, ਜਿਸ ਵਿੱਚ ਵਿਸ਼ਨੂੰ ਨੇ ਇਸਤਰੀ ਰੂਪ ਧਾਰਿਆ, ਉਸ ਨੂੰ ਲਿੰਗਿਕ ਪਹਿਚਾਣ ਦੀ ਵਿਭਿੰਨਤਾ ਦੀ ਸਵੀਕ੍ਰਿਤੀ ਵਜੋਂ ਵੀ ਦੇਖਿਆ ਜਾ ਸਕਦਾ ਹੈ। ਇਹ ਉਸ ਸਰੋਤ ਦੀ ਆਪਣੀ ਵਿਆਖਿਆ ਹੈ। ਇਹ ਦਿਲਚਸਪ ਹੈ। ਦੇਖੋ, ਇਹਨਾਂ ਕਥਾਵਾਂ ਦੀਆਂ ਬਹੁਤ ਪਰਤਾਂ ਨੇ। ਲੋਕ ਆਪਣੇ ਸਮੇਂ ਤੇ ਸਮਝ ਮੁਤਾਬਿਕ ਇਹਨਾਂ ਦੇ ਅਰਥ ਕੱਢਦੇ ਰਹਿੰਦੇ ਨੇ।
ਇਹ ਸਿਰਫ ਪੁਰਾਣੀਆਂ ਕਹਾਣੀਆਂ ਨਹੀਂ, ਇਹਨਾਂ ਵਿੱਚ ਡੂੰਘਾ ਫਲਸਫਾ ਤੇ ਨੈਤਿਕ ਸਬਕ ਛੁਪੇ ਹੋਏ ਨੇ। ਜੇ ਭਗਤੀ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਵਿਸ਼ਨੂੰ ਨੂੰ ਸਮਰਪਿਤ ਬਹੁਤ ਸਾਰੇ ਵੱਡੇ ਮੰਦਿਰ ਨੇ, ਜਿਵੇਂ ਬਦਰੀਨਾਥ, ਪੁਰੀ ਦਾ ਜਗਨਨਾਥ ਮੰਦਿਰ। ਹਾਂਜੀ, ਜਿੱਥੇ ਮੂਰਤੀ ਲੱਕੜ ਦੀ ਹੁੰਦੀ ਹੈ ਤੇ ਸਮੇਂ-ਸਮੇਂ ਤੇ ਬਦਲੀ ਜਾਂਦੀ ਹੈ ਇੱਕ ਖਾਸ ਰਸਮ ਨਾਲ। ਫਿਰ ਦੱਖਣ ਵਿੱਚ ਤਿਰੂਪਤੀ ਬਾਲਾਜੀ, ਸ਼੍ਰੀਰੰਗਮ, ਬਹੁਤ ਸਾਰੇ ਨੇ। ਤੇ ਵਿਸ਼ਨੂੰ ਸਹਿਸਤਰਨਾਮ ਯਾਨੀ ਉਹਨਾਂ ਦੇ 1000 ਨਾਮਾਂ ਦਾ ਪਾਠ, ਉਹ ਵੀ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਹਾਂ, ਉਹਨਾਂ ਦੀ ਪੂਜਾ ਆਮ ਤੌਰ ਤੇ ਭਗਤੀ, ਦਇਆ, ਨਿਆਂ ਤੇ ਆਪਣੇ ਕਰਤੱਵ ਯਾਨੀ ਆਪਣੇ ਧਰਮ ਦੀ ਪਾਲਣਾ ਤੇ ਜ਼ੋਰ ਦਿੰਦੀ ਹੈ। ਤਾਂ ਫਿਰ ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਵਿਸ਼ਨੂੰ ਦੀ ਕਹਾਣੀ ਸਿਰਫ ਇੱਕ ਦੇਵਤਾ ਦੀ ਕਹਾਣੀ ਨਹੀਂ ਹੈ। ਇਹ ਤਾਂ ਪੂਰੀ ਪ੍ਰਮੰਡੀ ਵਿਵਸਥਾ, ਸਾਡੀ ਨੈਤਿਕ ਜ਼ਿੰਮੇਵਾਰੀ ਯਾਨੀ ਧਰਮ ਤੇ ਆਖਿਰਕਾਰ ਬੁਰਾਈ ਤੇ ਚੰਗਿਆਈ ਦੀ ਜਿੱਤ ਦੀ ਗੱਲ ਕਰਦੀ ਹੈ। ਬਿਲਕੁਲ ਸਹੀ ਕਿਹਾ। ਤੇ ਧਰਮ ਦਾ ਸੰਕਲਪ ਸਾਨੂੰ ਬਾਰ-ਬਾਰ ਯਾਦ ਦਿਵਾਉਂਦਾ ਹੈ ਕਿ ਸਾਡੇ ਕੰਮਾਂ ਦਾ ਅਸਰ ਸਿਰਫ ਸਾਡੇ ਤੱਕ ਨਹੀਂ ਰਹਿੰਦਾ, ਇਸ ਦਾ ਅਸਰ ਸਮਾਜ ਤੇ ਪੂਰੇ ਵਾਤਾਵਰਣ ਤੇ ਪੈਂਦਾ ਹੈ। ਤਾਂ ਸਰੋਤਿਆਂ ਲਈ ਇੱਕ ਸਵਾਲ ਛੱਡ ਜਾਂਦੇ ਆ ਅੰਤ ਵਿੱਚ, ਜਿਵੇਂ ਵਿਸ਼ਨੂੰ ਵੱਖ-ਵੱਖ ਰੂਪਾਂ ਵਿੱਚ ਵੱਖ-ਵੱਖ ਸਮਿਆਂ ਵਿੱਚ ਧਰਮ ਦੀ ਰੱਖਿਆ ਲਈ ਆਉਂਦੇ ਨੇ, ਕਿ ਅਸੀਂ ਵੀ ਅੱਜ ਦੇ ਇਸ ਗੁੰਝਲਦਾਰ ਸਮੇਂ ਵਿੱਚ ਆਪਣੇ ਜੀਵਨ ਦੀਆਂ ਜਿਹੜੀਆਂ ਵੱਖ-ਵੱਖ ਭੂਮਿਕਾਵਾਂ ਨਿਭਾਉਂਦੇ ਆ, ਉਹਨਾਂ ਵਿੱਚ ਧਰਮ ਨੂੰ ਯਾਨੀ ਸਹੀ ਆਚਰਣ, ਨੈਤਿਕਤਾ, ਆਪਣੇ ਫਰਜ਼ਾਂ ਨੂੰ ਕਾਇਮ ਰੱਖਣ ਦੇ ਨਵੇਂ ਜਾਂ ਵੱਖਰੇ ਤਰੀਕੇ ਲੱਭ ਸਕਦੇ ਆ। ਹਾਂ, ਇਹ ਸੋਚਣ ਵਾਲੀ ਗੱਲ ਹੈ। ਬਿਲकुल। ਚਲੋ, ਇਸ ਗਹਿਰੀ ਵਿਚਾਰ ਚਰਚਾ ਵਿੱਚ शामिल होने ਲਈ बहुत-बहुत धन्यवाद। आज हम भगवान विष्णु और धर्म के जो ये तस्वुरात हैं उन पर कुछ गहरी बातचीत करने वाले हैं। हमारे पास पुराण, कुछ वैदिक हवाले और आजकल की जो बहसें हैं वो सब हैं। मकसद ये है कि विष्णु जो मुहाफिज हैं और धर्म यानी कायनाती कानून और फिर उनके अवतार, इन सब को जरा समझें। जी बिल्कुल। विष्णु तो हिंदू धर्म की जो त्रिमूर्ति है, ब्रह्मा, विष्णु, शिव, उनमें मरकजी हैसियत रखते हैं। उनका खास काम कायनात को संभालना, उसके नज्म ज़ब्त को कायम रखना है। ठीक, तो ये मुहाफिज वाला किरदार कैसा है? मतलब जो हमने पढ़ा है उसमें तो उनका रंग नीला या बादलों जैसा मेघवर्ण बताया गया है, जो कि शायद लामहदूदियत की अलामत है, और वो अक्सर वो क्या कहते हैं, शेषनाग पर आराम करते दिखाए जाते हैं। जी हाँ, अनंत शेषनाग पर, जो खुद वक्त की लामहदूदियत की अलामत है। और उनकी साथी देवी लक्ष्मी है, जो खुशहाली, दौलत की देवी हैं। उनकी सवारी गरुण है, वो परिंदा, ताकत और वेदों की भी अलामत समझा जाता है। और रहने की जगह वो वैकुंठ है। अच्छा, और उनके 4 हाथ हैं, उनमें खास चीजें हैं, शंख है, चक्र, गदा और कमल का फूल। क्या ये सब मिलकर उनके किरदार को मतलब वाज़ेह करती हैं? बहुत अच्छा नुक्ता है। ये चारों चीजें मिलकर ही तो विष्णु के मुहाफिज होने का पूरा तस्वुर बनाती हैं। देखें, शंख, जिसे 5 जनिया कहते हैं, वो कायनाती आवाज ओम की अलामत है, निजाम की बुनियाद। सुदर्शन चक्र बुराई को खत्म करने और धर्म को बहाल करने का अज़्म है। गदा, कुमोदकी, वो ताकत और इल्म की अलामत है जिससे निजाम कायम रहे। और पद्म यानी कमल, वो पाकीज़गी और तख्लीक की अलामत है कि हमेशा नई शुरुआत मुमकिन है। तो विष्णु का ये मुहाफिज का किरदार, ये तो फिर बराहे रास्त धर्म से जुड़ गया है ना? बिल्कुल जुड़ा हुआ है। तो अब ये समझते हैं कि ये धर्म आखिर क्या भला है, सिर्फ मजहब तो नहीं लगता ये। नहीं, आपने सही समझा। धर्म जो है वो संस्कृत लफ्ज धर से है, जिसका मतलब है थामना या सहारा देना। ये वो उसूल हैं, वो फराइज, वो कानून जो कायनात को, माशरे को थामे हुए हैं, और हर एक के लिए अलग हो सकता है। जैसे वर्ण के हिसाब से फराइज यानी वर्ण धर्म, या जिंदगी के मरहले यानी आश्रम धर्म के मुताबिक। यहाँ तक के इमरजेंसी के लिए आपद धर्म का भी तस्वुर है कि मुश्किल में क्या करना चाहिए। अच्छा, एक दिलचस्प बात ये भी थी जो पढ़ने में आई कि धर्म के कुछ उसूल, जैसे सब बराबर हैं, इज्जत का तहफ़्फ़ुज़, ये तो आजकल के इंसानी हक जैसे लगते हैं। हाँ, ये एक अहम पहलू है। लोग इस पर बात करते हैं। जैसे भारतीय आईन में आर्टिकल 15 है जो इम्तियाजी सलूक से मना करता है, या आर्टिकल 21 जिंदगी और वक़ार का हक। तो उन उसूलों की गूंज आपको धर्म के बुनियादी तस्वुरात में भी मिलती है, जो तमाम जानदारों के एहतराम की बात करते हैं। और जाहिर है, जब धर्म खतरे में पड़ता है तब विष्णु के अवतार आते हैं। ये तो शायद उनका सबसे मशहूर पहलू है। जी बिल्कुल। दशावता यानी 10 अवतार, ये तस्वूर बहुत अहम है। हर अवतार किसी खास मकसद से आता है। जैसे मत्स्य यानी मछली अवतार, पहले अवतार, उन्होंने सैलाब से मनु को और वेदों को बचाया। या जैसे कुर्म अवतार, कछुआ, समंदर मंथन के वक्त पहाड़ को अपनी पीठ पर सहारा दिया। नरसिंह, शेर और इंसान का मिलाप। भक्त प्रहलाद के लिए आए और हिरण्याकश्यपु को मारा, उसके वरदान की शर्तों को पूरा करते हुए। अहोबलम मंदिर उन्हीं से मंसूब है। और वामन अवतार, वो बोने ब्राह्मण? जी, वामन, जिन्होंने राजा बलि से 3 कदमों में पूरी कायनात वापस ले ली। फिर परशुराम है, जंगजू ऋषि, जिन्होंने ताकत से धर्म बहाल किया। और राम और कृष्ण, उनका तो सबको ही मालूम है। बिल्कुल। राम तो मर्यादा पुरुषोत्तम, धर्म की चलती फिरती मिसाल, रावण का खात्मा किया। और कृष्ण, उन्होंने तो भगवत गीता का इल्म दिया, धर्म, कर्म, भक्ति, सब कुछ, और कंस का खात्मा किया। इन अवतारों में एक और दिलचस्प बात है, इनकी रवानी, फ्लूइडिटी। जैसे विष्णु का मोहिनी रूप धारण करना, जो एक निसाई रूप था।
या एक कहानी में आता है कि कृष्ण काली का रूप धारण कर लिया था। ये दिखाता है कि इलाही ताकत जिन्स या शक्ल की कैद से आजाद है। हाँ, ये तो है। और कुछ लोग तो आजकल ये भी कहते हैं कि अवतारों की जो तरतीब है, मछली, फिर कछुआ, फिर शेर, इंसान, बौना, ये तो जैसे इर्तिका का नजरिया नहीं होता, इससे मिलती जुलती है। ये एक तशरीह है, एक जदीद नजरिया कह लें। अब अगर हम पूजा पाठ की तरफ आएं तो श्री वैष्णव मत एक बहुत अहम रिवायत है। ये विष्णु या नारायण और लक्ष्मी जी पर मरकूज है। इसमें आलवार संतों की शायरी, उनकी भक्ति बहुत अहम है। और फिर रामानुजाचार्य जैसे फिलोसोफर जिन्होंने मसावात पर बहुत जोर दिया था, और प्राप्ति यानी खुद को मुकम्मल तौर पर भगवान के स्पुर्द कर देना। अच्छा, तो पूजा के तरीके क्या हैं आमतौर पर? मूर्ति पूजा का जिक्र है, तुलसी के पत्ते और वो शालीग्राम पत्थर। जी हाँ, भक्ति यानी अकीदत तो सबसे अहम है। मूर्ति को भगवान की मौजूदगी का एक जरिया माना जाता है। तुलसी का पौधा बहुत मुकद्दस है और शालीग्राम पत्थर जो है वो विष्णु की बिना मूर्ति वाली शक्ल समझे जाते हैं। और बड़े बड़े मंदिर हैं जैसे पद्मनाभ स्वामी मंदिर केरला में, तिरुपति बालाजी, द्वारकाधीश गुजरात में, रंगनाथ स्वामी तमिलनाडु में, ये सब विष्णु भक्ति के बड़े मराकिज हैं। त्योहार भी बहुत हैं जैसे वैकुंठ एकादशी, जन्माष्टमी, रामनवमी, ये सब धूमधाम से मनाए जाते हैं। तो आज की इस सारी गुफ्तगू से ये बात तो साफ है कि विष्णु सिर्फ एक मुहाफिज देवता नहीं है, वो तो धर्म की शक्ल है, अवतारों का सर चश्मा है, मतलब काफी कसीरुल जिहाती शख्सियत है। क्या ये पुराना हो गया या आज भी उतना ही मुताल्लिका है? या फिर विष्णु के अवतारों में जो ये रवानी नजर आती है, शक्ल बदलने की सलाहियत, ये आजकल शिनाख्त यानी आइडेंटिटी को लेकर जो हमारी महदूद सोच है उसे कैसे चैलेंज कर सकती है या वसी कर सकती है? ये कुछ सवालात हैं जिन पर गौर किया जा सकता है। कल्पना कीजिए एक ऐसी शक्ति की जो ब्रह्मांड के हर कण में मौजूद है, फिर भी समय के बंधन से परे है। क्या आपने कभी सोचा है कि जब जब इस धरती पर पाप और अन्याय का अंधकार फैलता है तो कौन सी दिव्य शक्ति संतुलन बनाने आती है? एक ऐसी शक्ति जो न सिर्फ सृष्टि का पालन करती है बल्कि धर्म की स्थापना के लिए बार बार अवतार लेती है। आज हम जानेंगे उन्हीं सृष्टि के पालनहार भगवान विष्णु की अद्भुत गाथा, उनकी लीलाओं और उनके अवतारों के रहस्यों को। हिंदू धर्म की पवित्र त्रिमूर्ति ब्रह्मा, विष्णु, महेश में भगवान विष्णु सृष्टि के पालक हैं। उनका शांत, सौम्य और आनंदमय स्वरूप, जिसकी नीली त्वचा ब्रह्मांड की अनंतता का प्रतीक है, हमें आकर्षित करता है। अपनी 4 भुजाओं में वे दिव्य प्रतीक धारण करते हैं। धर्म की स्थापना करने वाला सुदर्शन चक्र, ओम के पवित्र नाद का प्रतीक पांचजन्य शंख, अहंकार का नाश करने वाली कौमुदकी गदा और पवित्रता व आध्यात्मिक मुक्ति का प्रतीक खिला हुआ कमल। वे क्षीर सागर में समय के प्रतीक शेषनाग पर विश्राम करते हैं, जो दर्शाता है कि वे समय के बंधनों से परे हैं। उनकी नाभि से निकले कमल पर ही सृष्टिकर्ता ब्रह्मा विराजमान है और उनकी पत्नी देवी लक्ष्मी सौभाग्य और समृद्धि के साथ सदैव उनके साथ रहती हैं। भगवान विष्णु की सबसे अद्भुत लीला उनके अवतार हैं। श्रीमद् भगवद गीता में श्री कृष्ण कहते हैं, यदा यदा ही धर्मस्य ग्लानिर्भवति भारतः अभ्युत्थानम अधर्मस्य तदात्मानं सृजाम्यहम्। अर्थात जब जब इस पृथ्वी पर धर्म की हानि होती है और अधर्म बढ़ता है, तब तब मैं धर्म की स्थापना के लिए अवतार लेता हूँ। उनके 10 मुख्य अवतार, जिन्हें दशावतार कहा जाता है, इसी वचन को पूरा करते हैं। मत्स्य, कूर्म और वराह जैसे अवतारों ने सृष्टि को प्रलय और राक्षसों से बचाया। जब अहंकार ने सारी हदें पार की तो वे अपने भक्त प्रहलाद की रक्षा के लिए नरसिंह के रौद्र रूप में प्रकट हुए। उन्होंने मर्यादा पुरुषोत्तम श्री राम के रूप में रावण का वध किया और श्री कृष्ण के रूप में महाभारत में गीता का अमूल्य ज्ञान दिया। भविष्य में कल की अवतार के रूप में वे अधर्म का अंत कर एक नए रूप का आरंभ करेंगे। भगवान विष्णु की हर कथा एक विश्वास है, एक आश्वासन है कि अंधकार चाहे कितना भी घना क्यों ना हो, धर्म का सूर्य उदय होकर ही रहता है और सत्य की विजय होकर ही रहती है। वे केवल एक देवता नहीं बल्कि संतुलन, धर्म और हर युग में मानवता का मार्गदर्शन करने वाली एक दिव्य शक्ति है। अगर भगवान विष्णु की ये दिव्य गाथा आपके दिल को छू गई हो तो इस भक्ति के प्रवाह को आगे बढ़ाने के लिए वीडियो को लाइक और शेयर करें और कमेंट्स में जय श्री हरि लिखकर अपनी श्रद्धा प्रकट करें। और हाँ, ऐसी ही और आध्यात्मिक कहानियों के लिए हमारे चैनल को सब्सक्राइब करना ना भूलें। अगली बार फिर मिलेंगे एक नई दिव्य कहानी के साथ। तब तक के लिए नारायण नारायण।